ਸਤਨਾਮ। ਧੰਨ ਵਾਹਿਗੁਰੂ ਜੀ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। जब गुर बोले हैं तब बिसम होए जाए। हम जैसे अपराधी अवर कोई राखे, जैसे हम सतगुर राख लिए छड़ाए। तू गुर पिता तू है गुर माता, तू गुर बंदप मेरा सखा सखाए। बेशुमार अथाह अगणत अतुल्य, ज्यों बुलावो त्यों नानक दास बोले। परम सन्मान योग जुगो जुग अटल तख्त चवर छत्र दे मालिक सतगुरु श्री गुरु ग्रंथ साहिब महाराज पातशाह जी दी पावन पवित्र हजूरी अंदर अमृत वेले तो सजे हुए दीवाना दे विच आप संगत हाजरियां भर के जीवन दे कीमती समय नू सफला कर रहे हो। श्रोमणी रागी भाई साहब भाई जसवंत सिंह जी श्री दरबार साहिब सचखंड श्री अमृतसर तो उन्होंने आप जी नू आसा की वार दा कीर्तन सरवण कराउना कीता है। अज जो सतगुरु धन गुरु ग्रंथ साहिब महाराज पातशाह जी ने तख्तां ते सुभाएमान होके अमृत वेले जो हुक्म सतगुरु महाराज जी ने बख्शिश किया, उसका मूल पाठ भाई साहब होना पासों आप जी ने सरवण किया है। नौवें सतगुरु धन गुरु तेग बहादुर महाराज पातशाह जी का सोरठ राग दे अंदर उचारण कीते पावन बचन जो श्री गुरु ग्रंथ साहिब महाराज पातशाह जी दे पावन पवित्र अंग 631 दे उपर सुभाएमान ने। लड़ीवार ये सोरठ राग का सतगुरु गुरु तेग बहादुर महाराज जी का दूसरा शब्द है। गुरमत विचारां दी सांझ तो पहला बेशतर जो मर्यादा है आगे आवत सिंह जो पावे वाहिगुरु जी की फतेह बुलावे। क्योंकि जदों असीं सतगुरु दी हजूरी विच बैठदे हां ते साडा मन शरीर दे नालों कई बारी आसे पासे ख्यालां दे विच चले जांदा है ते ख्यालां नूं संकोचन दा जिहड़ा ढंग सतगुरु महाराज ने दिता है कि बार बार संगत विच बैठ के नाम दी गल करो, फतेह बुलाओ ते सतगुरु महाराज कृपा करन के ये मन साडा शरीर दे नाल बैठ के संगत कर सके। आप संगत आसीस बख्शो। मन बिरतियां एकाग्र करदियां अदब प्यार सत्कार सहित सतगुरु महाराज जी दी बख्शिश फतेह प्रवान करो जी। वाहिगुरु जी का खालसा वाहिगुरु जी की फतेह। जो कल बीतिया होया कल
ਉਸ ਬੀਤੇ ਹੋਏ ਕਲ ਦੇ ਵਿੱਚ ਇੱਕ ਮਹਾਨ ਜਰਨੈਲ, ਜਿਨ੍ਹਾਂ ਨੇ ਸਿੱਖ ਧਰਮ ਦੇ ਬਾਦਸ਼ਾਹਤ ਦੀ ਨੀਂਹ ਰੱਖੀ, ਸਿੱਖ ਧਰਮ ਦੇ ਪਹਿਲੇ ਸ਼ਾਸਕ ਹੋਏ, ਅਸੀਂ ਗੱਲ ਜਿਨ੍ਹਾਂ ਦੀ ਕਰਨਾ ਚਾਹੁੰਦੇ ਆ ਉਹ ਨੇ ਸਤਿਕਾਰਯੋਗ ਬਾਬਾ ਬੰਦਾ ਸਿੰਘ ਜੀ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਦਾ ਕੱਲ ਸ਼ਹੀਦੀ ਦਿਹਾੜਾ ਸੀ, ਤੇ ਜਿੱਥੇ ਅਸੀਂ ਹੁਕਮਨਾਮੇ ਦੀ ਵਿਚਾਰ ਕਰਨੀ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਵੀ ਜ਼ਰੂਰ ਪ੍ਰਣਾਮ ਕਰਨਾ ਹੈ। ਕੇਵਲ ਸ਼ਹਾਦਤ ਤੱਕ ਸੀਮਤ ਰਵਾਂਗੇ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿੰਨੀਆਂ ਲੜਾਈਆਂ ਲੜੀਆਂ, ਕਿਵੇਂ ਉਹਨਾਂ ਨੇ ਰਾਜ ਪ੍ਰਬੰਧ ਕਾਇਮ ਕੀਤਾ, ਕੀ ਉਹਨਾਂ ਦੀਆਂ ਪ੍ਰਾਪਤੀਆਂ ਰਹੀਆਂ। ਇਹ ਸਮੁੱਚਾ ਜਿਹੜਾ ਸਬਜੈਕਟ ਹੈ ਇਹ ਲੰਮਾ ਸਮਾਂ ਮੰਗਦਾ ਹੈ, ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਮੇਂ ਵਿੱਚ ਰਹਿ ਕੇ ਜਿੱਥੇ ਸਤਿਗੁਰ ਦਾ ਹੁਕਮ ਹੈ ਉਹਦੀ ਵੀ ਵਿਚਾਰ ਕਰ ਸਕੀਏ ਤੇ ਸ਼ਹਾਦਤ ਨੂੰ ਵੀ ਪ੍ਰਣਾਮ ਕਰ ਸਕੀਏ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਆਖਦੀ ਹੈ ਕਿ ਸਤਿਗੁਰ ਕੇ ਜਨਮੈ ਗਵਨ ਮਿਟਾਇਆ। ਅਸਲ ਦੇ ਵਿੱਚ ਜਨਮ ਗੁਰੂ ਘਰ ਦੇ ਵਿੱਚ ਉਸ ਦਿਨ ਹੁੰਦਾ ਹੈ ਜਿਸ ਦਿਨ ਅਸੀਂ ਸਤਿਗੁਰ ਨੂੰ ਸਮਰਪਿਤ ਹੋ ਜਾਈਏ। ਉਸ ਤੋਂ ਪਹਿਲਾਂ ਜਿੰਨਾ ਵੀ ਅਸੀਂ ਜੀਵਨ ਬਤੀਤ ਕਰਦੇ ਆ ਉਹ ਕਿਸੇ ਲੇਖੇ ਦੇ ਵਿੱਚ ਨਹੀਂ ਲੱਗਦਾ। ਸਤਿਗੁਰ ਮਹਾਰਾਜ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੱਕ ਸਤਿਗੁਰਾਂ ਨੇ ਜਿੱਥੇ ਮਾਨਸਿਕ ਗੁਲਾਮੀ ਨੂੰ ਕੱਟਿਆ ਹੈ, ਮਾਨਸਿਕ ਗੁਲਾਮੀ, ਜਦੋਂ ਵਿਚਾਰ ਗੁਲਾਮ ਹੋ ਜਾਂਦੇ ਨੇ ਤੇ ਉਹ ਸਰੀਰ ਜਿਹੜਾ ਹੈ ਉਹ ਵੀ ਆਪਣੇ ਆਪ ਨੂੰ ਗੁਲਾਮ ਸਮਝਣ ਲੱਗ ਪੈਂਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਨਸਿਕ ਗੁਲਾਮੀ ਨੂੰ ਕੱਟਿਆ, ਤੇ ਜਿੱਥੇ ਮਾਨਸਿਕ ਗੁਲਾਮੀ ਕੱਟੀ ਗਈ, ਵਿਚਾਰਾਂ ਦੀ ਗੁਲਾਮੀ ਨੂੰ ਕੱਟਿਆ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਹਰੀ ਤੌਰ ਤੇ ਜਿਹੜਾ ਪ੍ਰਭਾਵ ਸੀ ਰਾਜ ਪ੍ਰਬੰਧ ਦਾ, ਸਤਿਗੁਰ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੇ 14 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲੜ ਕਰਕੇ ਸਿੱਖਾਂ ਨੂੰ ਬਾਹਰੀ ਗੁਲਾਮੀ ਕੱਟਣ ਦਾ ਵੀ ਢੰਗ ਦੱਸ ਦਿੱਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਜੇਕਰ ਸਰੀਰਕ ਇਸ ਮਾਤ ਲੋਕ ਤੇ ਆਰਬਲਾ ਦੇਖਦੇ ਤੇ ਪੌਣੇ 42 ਸਾਲ ਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ 1704 ਨੂੰ ਆਨੰਦਪੁਰ ਸਾਹਿਬ ਛੱਡਦੇ ਨੇ। ਸਰਸਾਂ ਦੇ ਕੰਢੇ ਤੇ ਪਰਿਵਾਰ ਦਾ ਵਿਛੋੜਾ ਹੁੰਦਾ ਹੈ। ਚਮਕੌਰ ਦੀ ਗੜੀ ਦੇ ਅੰਦਰ 2 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, 3 ਪਿਆਰੇ, 40 ਸਿੰਘਾਂ ਦੀ ਉੱਥੇ ਸ਼ਹਾਦਤ ਹੁੰਦੀ ਹੈ। ਸਤਿਗੁਰ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਰਾਏ ਕੱਲੇ ਦੇ ਕੋਲ ਤੱਕ ਗਏ। ਉੱਥੇ ਮਹਾਰਾਜ ਜੀ ਨੇ ਜ਼ਫਰਨਾਮਾ ਅੱਗੇ ਜਾ ਕੇ ਲਿਖਣਾ ਹੈ। ਸਤਿਗੁਰ ਮਹਾਰਾਜ ਜੀ ਦੇ 2 ਸੁਪੁੱਤਰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਸਤਿਕਾਰਯੋਗ ਮਾਤਾ ਗੁਜਰੀ ਜੀ, ਉਹ ਸਰਹੰਦ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸਤਿਗੁਰ ਮਹਾਰਾਜ ਦੀਨੇ ਕਾਂਗੜ ਜਾਂਦੇ ਨੇ। ਹੁਣ ਦੇਖੋ ਸਤਿਗੁਰ ਮਹਾਰਾਜ ਪਾਤਸ਼ਾਹ, ਮੈਂ ਕਹਿੰਦਾ ਹੈ ਕਿ ਦੇਖੋ ਗੁਰੂ ਦਾ ਹਿਰਦਾ ਕੈਸਾ ਹੈ ਕਿ ਜਿੱਦਣ ਸਤਿਗੁਰ ਮਹਾਰਾਜ ਨੇ ਇਹਦੇ ਸੰਸਾਰ ਤੇ ਆਉਣਾ ਹੈ, ਅਜੇ ਜਨਮ ਨਹੀਂ ਹੋਇਆ, ਅਜੇ ਪ੍ਰਕਾਸ਼ ਨਹੀਂ ਹੋਇਆ, ਤੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਜੀਵਨ ਦੀ ਗੱਲ ਜਦੋਂ ਕਰਦੇ ਨੇ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮਹਿ ਆਨੋ, ਉੱਥੇ ਸਤਿਗੁਰ ਮਹਾਰਾਜ ਕਹਿੰਦੇ ਨੇ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ, ਕਿ ਮੇਰੀ ਸੁਰਤੀ ਜਿਹੜੀ ਸੀ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਖੁਬੀ ਰਹੀ। ਤੇ ਇੰਨੀ ਕੁ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਖੁਬੀ, ਜੇਕਰ ਹੱਥ ਤੋਂ ਕੰਗਨ ਲਾ ਕੇ ਗੰਗਾ ਵਿੱਚ ਸੁੱਟਦੇ ਨੇ ਤਾਂ ਵੀ ਕੋਈ ਪ੍ਰੇਮ ਨਹੀਂ, ਤਾਂ ਵੀ ਕੋਈ ਲੋਭ ਨਹੀਂ, ਤਾਂ ਵੀ ਕੋਈ ਮਨ ਦੇ ਵਿੱਚ ਖਿਆਲ ਨਹੀਂ। ਜੇ 9 ਸਾਲ ਦੀ ਉਮਰ 'ਚ ਪਿਤਾ ਤੋਰਦੇ ਆ ਤਾਂ ਵੀ ਮਨ ਦੇ ਵਿੱਚ ਵਿਰਾਗ ਨਹੀਂ, ਸੁਰਤ ਤਾਂ ਵੀ ਚੁਬੀ ਰਹੀ। ਜੇ ਆਨੰਦਪੁਰ ਸਾਹਿਬ ਨੂੰ ਆਪਣੇ ਹੱਥੀਂ ਵਸਾਇਆ, ਜਿੱਥੇ 5 ਪਿਆਰੇ ਸਾਜੇ, ਉਸ ਆਨੰਦਪੁਰ ਸਾਹਿਬ ਨੂੰ ਜਿੱਦਣ ਛੱਡਣਾ ਹੈ ਤੇ ਮਨ ਦੇ ਵਿੱਚ ਵਿਰਾਗ ਕੋਈ ਨਹੀਂ, ਉਦਣ ਵੀ ਸੁਰਤ ਜਿਹੜੀ ਹੈ ਚਰਨਾਂ ਵਿੱਚ ਚੁਬੀ ਹੋਈ ਹੈ। ਤੇ ਜਿੱਦਣ ਸਤਿਗੁਰ ਮਹਾਰਾਜ 2 ਪੁੱਤਰ ਸਰਹੰਦ ਅੰਦਰ, 2 ਚਮਕੌਰ ਅੰਦਰ ਸ਼ਹੀਦ ਕਰਾ ਹੁੰਦੇ ਨੇ, ਤੇ ਸਤਿਗੁਰ ਮਹਾਰਾਜ ਜੀ ਦੀ ਸੁਰਤ ਉਦਣ ਵੀ ਚੁਬੀ ਹੈ। ਮਹਾਰਾਜ ਪਾਤਸ਼ਾਹ ਜ਼ਫਰਨਾਮੇ ਵਿੱਚ ਲਿਖਦੇ ਨੇ ਕਿ ਕਹਿੰਦੇ ਨੇ ਕਿ ਚੀਹਾ ਸ਼ੁੱਧ ਚੋਂ ਬਚਗਾ ਕੁਸ਼ਤੇ 4, ਕਿ ਬਾਕੀ ਬਿਮਾਰ ਦਸਤ ਪੇਚੀ ਦਾ ਮਾਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਔਰੰਗਜ਼ੇਬ ਕੀ ਹੋਇਆ ਜੇ ਤੂੰ ਮੇਰੇ 4 ਪੁੱਤਰ ਮਾਰ ਦਿੱਤੇ। ਦੇਖੋ ਇਹ ਸੁਰਤ ਦਾ ਖਿਡਾਓ ਨਹੀਂ ਹੋਇਆ, ਸੁਰਤ ਸਤਿਗੁਰ ਮਹਾਰਾਜ ਜੀ ਦੀ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੈ।
ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੀ ਹੋਇਆ, ਜੇ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਅਜੇ ਮੇਰਾ ਖਾਲਸਾ ਪੁੱਤਰ ਜਿਉਂਦਾ ਏ, ਉਹ ਤੇਰੇ ਤੋਂ ਸਾਰੇ ਜਿਹੜੇ ਜ਼ੁਲਮ ਦਾ ਬਦਲਾ ਜ਼ਰੂਰ ਲਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਅਖੀਰਲੀ ਲੜਾਈ ਮੁਕਤਸਰ ਸਾਹਿਬ ਦੀ ਲੜੀ, ਜਿਹਨੂੰ ਅਸੀਂ ਕਹਿੰਦੇ ਆ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਉੱਥੇ ਟੁੱਟੀ ਗੰਢੀ ਹੈ, ਖਿਦਰਾਣੇ ਦੀ ਢਾਬ ਦੀ ਲੜਾਈ। ਸਤਿਗੁਰੂ ਮਹਾਰਾਜ ਤਲਵੰਡੀ ਸਾਬੋ ਗਏ, ਉੱਥੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇਗ ਬਹਾਦਰ ਸਤਿਗੁਰਾਂ ਦੀ ਬਾਣੀ ਜਿਹੜੀ ਹੈ ਉਹ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਇਸ ਤੋਂ ਉਪਰੰਤ ਪੰਜਾਬ ਨੂੰ ਛੱਡਦੇ ਆ, ਦੱਖਣ ਵਾਲੇ ਪਾਸੇ ਸਤਿਗੁਰੂ ਮਹਾਰਾਜ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿੱਥੇ ਅਸੀਂ ਮਾਤਾ ਸਾਹਿਬ ਕੌਰ ਦਾ ਸਥਾਨ ਦੇਖਦੇ ਹਾਂ, ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਹਜ਼ੂਰ ਸਾਹਿਬ ਜਾਂਦੇ ਹੋ ਨਾ, ਤੇ ਉਹ ਅਸਥਾਨ ਜਿੱਥੇ ਮਾਤਾ ਸਾਹਿਬ ਕੌਰ ਦਾ ਸਥਾਨ ਕਹਿੰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਤੋਂ ਪਹਿਲਾਂ ਉੱਥੇ ਟਿਕਾਣਾ ਕੀਤਾ। ਉਸ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਜਿੱਥੇ ਹੀਰਾ ਘਾਟ ਹੈ, ਬਹਾਦਰ ਸ਼ਾਹ ਜਿਹੜਾ ਸੀ ਉਹ ਹੀਰਾ ਘਾਟ ਸਤਿਗੁਰੂ ਮਹਾਰਾਜ ਨੂੰ ਮਿਲਿਆ। ਸਤਿਗੁਰੂ ਮਹਾਰਾਜ ਇਸ ਤੋਂ ਬਾਅਦ ਵਿੱਚ ਜਿੱਥੇ ਬੰਦਾ ਘਾਟ ਹੈ, ਜਿਨ੍ਹਾਂ ਦੀ ਸ਼ਹਾਦਤ ਨੂੰ ਅੱਜ ਪ੍ਰਣਾਮ ਕਰਨਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੰਦਾ ਘਾਟ ਜਾਂਦੇ ਆ। ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਨਾਮ ਕਦੀ ਮਾਧੋ ਦਾਸ ਰਿਹਾ, ਕਦੀ ਰਾਮਦਾਸ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਛੋਟੀ ਉਮਰੇ ਰਾਜਪੂਤਾਂ ਦੇ ਘਰ ਜਨਮੇ। ਜੰਮੂ ਕਸ਼ਮੀਰ ਦੇ ਪੁੰਛ ਰਜੌਰੀ ਇਲਾਕੇ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਮਾਤਾ ਪਿਤਾ ਚਾਹੁੰਦੇ ਸੀ ਕਿ ਸਾਡਾ ਪੁੱਤਰ ਬਹਾਦਰ ਹੋਵੇ। ਤੀਰ ਅੰਦਾਜ਼ਾ ਸਿਖਾਇਆ, ਸ਼ਸਤਰਾਂ ਦੀ ਵਿਦਿਆ ਦਿੱਤੀ। ਇੱਕ ਦਿਨ 14 ਸਾਲ ਦੀ ਉਮਰ ਦੇ ਵਿੱਚ ਬਾਹਰ ਸ਼ਿਕਾਰ ਖੇਡਣ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ, ਲਛਮਣ ਦਾਸ ਉਦੋਂ ਨਾਮ ਹੈ, ਤੇ ਜਦੋਂ ਸ਼ਿਕਾਰ ਖੇਡਣ ਗਏ ਹਿਰਨੀ ਦਾ ਸ਼ਿਕਾਰ ਕੀਤਾ, ਤੀਰ ਹਿਰਨੀ ਨੂੰ ਮਾਰਿਆ। ਜਦੋਂ ਹਿਰਨੀ ਮਰੀ, ਉਹਦੇ ਪੇਟ ਨੂੰ ਪਾੜਿਆ ਤੇ ਉਹਦੇ ਪੇਟ ਦੇ ਵਿੱਚ ਛੋਟੇ ਛੋਟੇ ਬੱਚੇ ਸੀ, ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਲਛਮਣ ਦਾਸ ਦੀਆਂ ਅੱਖਾਂ ਸਾਹਮਣੇ ਚੜਾਈ ਕਰਕੇ ਮੌਤ ਹੋ ਗਈ। ਪਰ ਇਸ ਗੱਲ ਦਾ ਜਿਹੜਾ ਸਦਮਾ ਸੀ, ਇਸ ਗੱਲ ਦਾ ਦੁਖਾਂਤ ਜਿਹੜਾ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਨੂੰ ਚੀਰ ਕੇ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਘਰੇ ਉਪਰਾਮ ਰਹੇ। ਉਹਨਾਂ ਨੇ ਆਖਰ ਘਰ ਨੂੰ ਛੱਡਿਆ, ਉਹਨਾਂ ਨੇ ਉਦਾਸੀਆਂ ਦੀ ਸੰਗਤ ਕੀਤੀ, ਵਿਰਾਗੀਆਂ ਦੀ ਸੰਗਤ ਕੀਤੀ, ਨਾਮ ਵੀ ਕਈ ਬਦਲੇ। ਅਖੀਰ ਤੇ ਓਗੜਨਾਥ ਦੀ ਸੰਗਤ ਵਿੱਚ ਜਾਂਦੇ ਆ। ਓਗੜਨਾਥ ਜਿਹੜਾ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਉਹਨੇ ਇਕੱਠੀਆਂ ਕੀਤੀਆਂ, ਔਰ ਇੱਕ ਕਿਤਾਬ ਰਿੱਧੀਆਂ ਸਿੱਧੀਆਂ ਦੀ ਉਹਨੇ ਲਿਖ ਕੇ ਰੱਖੀ ਹੋਈ ਸੀ। ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੇ ਓਗੜਨਾਥ ਦੀ ਸੇਵਾ ਕੀਤੀ ਤੇ ਉਹਦੇ ਤੋਂ ਰਿੱਧੀਆਂ ਸਿੱਧੀਆਂ ਸਿੱਖਦੇ ਆ। ਓਗੜਨਾਥ ਦੀ ਮੌਤ ਹੁੰਦੀ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਡੇਰੇ ਦੇ ਮਹੰਤ ਬਣਦੇ ਨੇ। ਉਦੋਂ ਨਾਮ ਮਾਧੋ ਦਾਸ ਹੈ। ਮਾਧੋ ਦਾਸ ਬਾਬਾ ਬੰਦਾ ਸਿੰਘ ਬਹਾਦਰ ਰਿੱਧੀਆਂ ਸਿੱਧੀਆਂ ਸਿੱਖਦੇ ਆ ਤੇ ਸਿੱਖਣ ਤੋਂ ਬਾਅਦ ਇੱਕ ਜੋ ਕੋਈ ਉਹਨਾਂ ਦੇ ਡੇਰੇ ਵਿੱਚ ਪਹੁੰਚਦਾ ਹੈ ਤੇ ਉਹਦਾ ਮਜ਼ਾਕ ਉਡਾਉਣ ਦਾ ਇੱਕ ਢੰਗ ਲੱਭ ਲਿਆ ਕਿ ਜਿਹੜਾ ਉਹਨਾਂ ਦੇ ਪਲੰਘ ਤੇ ਬੈਠ ਜਾਂਦਾ ਉਹਨੂੰ ਸਿੱਧੀ ਦੇ ਨਾਲ ਪਲੰਘ ਨੂੰ ਪਲਟ ਦਿੰਦੇ, ਉਹਨੂੰ ਥੱਲੇ ਡੇਗ ਦੇਣਾ। ਜੇਕਰ ਉਹਨੇ ਕੋਈ ਟੋਪੀ ਕੋਈ ਦਸਤਾਰ ਬੰਨੀ ਹੋਣੀ, ਉਹ ਥੱਲੇ ਡਿੱਗਣਾ ਤੇ ਲੱਥ ਜਾਣੀ ਤੇ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਨੇ ਤਾੜੀਆਂ ਮਾਰ ਕੇ ਹੱਸ ਪੈਣਾ। ਇੱਕ ਗੁਰਮੁਖ ਪਿਆਰਾ ਬੜਾ ਭਗਤੀ ਦੇ ਵਿੱਚ ਲੀਨ ਜਿਹੜਾ ਸੀ, ਉਹ ਮਾਧੋ ਦਾਸ ਦੇ ਕੋਲ ਗਿਆ ਤੇ ਉਹਨੇ ਬੜੇ ਪਿਆਰ ਦੇ ਨਾਲ ਉਹਨੂੰ ਬਿਠਾ ਦਿੱਤਾ। ਤੇ ਜਦੋਂ ਬਿਠਾਉਣ ਤੋਂ ਬਾਅਦ ਰਿੱਧੀ ਦੇ ਨਾਲ ਸਿੱਧੀ ਨਾਲ ਉਹ ਪਲੰਘ ਪਲਟਾਇਆ, ਉਹ ਥੱਲੇ ਡਿੱਗਿਆ ਤੇ ਥੱਲੇ ਡਿੱਗਦਿਆਂ ਉਹਨੇ ਆਖਿਆ ਸੀ, ਮਾਧੋ ਦਾਸ, ਜਿੰਨਾ ਸਿੱਧੀਆਂ ਦਾ ਤੂੰ ਹੰਕਾਰ ਕਰਕੇ ਬੈਠਾ, ਇੱਕ ਦਿਨ ਉਹ ਆਏਗਾ ਤੇਰੀਆਂ ਰਿੱਧੀਆਂ ਤੇ ਸਿੱਧੀਆਂ ਉਹਦੇ ਚਰਨਾਂ 'ਚ ਨਮਸਕਾਰ ਕਰਨਗੀਆਂ, ਚੱਲਣੀਆਂ ਕੋਈ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿੱਦਣ ਜਾਂਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਉਹਦੇ ਪਲੰਘ ਤੇ ਜਾ ਕੇ ਬੈਠੇ ਆ। ਮਾਧੋ ਦਾਸ ਉਸ ਵੇਲੇ ਡੇਰੇ ਦੇ ਵਿੱਚ ਨਹੀਂ, ਉਹਦੇ ਸ਼ਰਧਾਲੂ ਜਿਹੜੇ ਸੀ ਉਹਨਾਂ ਨੇ ਆ ਕੇ ਕਿਹਾ ਕਿ ਇਹ ਪਲੰਘ ਤੇ ਕੇਵਲ ਮਹੰਤ ਜੀ ਬੈਠ ਸਕਦੇ, ਤੁਸੀਂ ਨਹੀਂ ਬੈਠ ਸਕਦੇ। ਸਿੱਖਾਂ ਦੇ ਕੋਲ ਸ਼ਸਤਰ ਵੇਖ ਕੇ ਉਹ ਡਰੇ। ਇਤਿਹਾਸ ਕਹਿੰਦਾ ਹੈ ਕਿ ਉਹ ਡੇਰੇ ਦੇ ਵਿੱਚ ਜੋ ਬੱਕਰੇ ਸੀ, ਮੁਰਗੀਆਂ ਸੀ, ਜੋ ਕੁਝ ਸੀ, ਸਿੰਘਾਂ ਨੇ ਸਾਰਾ ਕੁਝ ਝਟਕਾ ਦਿੱਤਾ, ਡੇਰੇ ਦੇ ਵਿੱਚ ਖੂਨ ਹੀ ਖੂਨ ਕਰ ਦਿੱਤਾ। ਚੇਲਿਆਂ ਨੇ ਜਾ ਕੇ ਮਾਧੋ ਦਾਸ ਨੂੰ ਦੱਸਿਆ ਕਿ ਕੋਈ ਡੇਰੇ ਵਿੱਚ ਆਇਆ, ਡੇਰੇ ਦੀ ਸੁੱਚਤਾ ਭੰਗ ਕਰ ਦਿੱਤੀ, ਡੇਰੇ ਦੇ ਵਿੱਚ ਲਹੂ ਲਹੂ ਹਰ ਪਾਸੇ ਦਿਸਦਾ ਪਿਆ। ਮਾਧੋ ਦਾਸ ਨੇ ਕਰਾਮਾਤ ਦੇ ਨਾਲ ਸਿੱਧੀਆਂ ਨਾਲ ਭੇਜਿਆ ਕਿ ਪਲੰਘ ਉਲਟਾ ਦਵਾਂਗਾ, ਪਰ ਉਹ ਪਲੰਘ ਜਿਹੜਾ ਸੀ ਉਹ ਉਲਟਿਆ ਨਾ। ਉਹ ਗੁੱਸੇ ਦੇ ਵਿੱਚ ਡੇਰੇ ਵੱਲ ਜਦੋਂ ਪਰਤ ਕੇ ਆਇਆ,
ਆ ਕੇ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਦੇਖਿਆ, ਹੁਣ ਸਿੱਧੀਆਂ ਦਾ ਮਾਲਕ ਜਿਹੜਾ ਸੀ, ਰਿੱਧੀਆਂ ਦਾ ਮਾਲਕ, ਜਿਹਨੂੰ ਇਹ ਲੱਗਦਾ ਸੀ ਕਿ ਮੈਂ ਕਿਸੇ ਦਾ ਵੀ ਪਲੰਗ ਉਲਟਾ ਸਕਦਾ, ਆਪਣੀਆਂ ਸਿੱਧੀਆਂ ਨੂੰ ਜਦੋਂ ਦੇਖਿਆ ਕਿ ਇਹ ਤਾਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਇਹ ਤਾਂ ਨਮਸਕਾਰ ਕਰਕੇ ਬੈਠੀਆਂ ਨੇ, ਇਹ ਤਾਂ ਚੱਲਦੀਆਂ ਕੋਈ ਨਹੀਂ, ਸਿਰ ਜਾ ਕੇ ਨੀਵਾਂ ਕਰਕੇ ਮੱਥਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖਿਆ। ਸਤਿਗੁਰੂ ਮਹਾਰਾਜ ਵੱਲ ਜਦੋਂ ਤੱਕਿਆ ਚਿਹਰੇ ਤਾਂ ਕਰਕੇ ਪੁੱਛਿਆ, ਕਹਿਣ ਲੱਗੇ ਤੁਸੀਂ ਕੌਣ? ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਕੇ ਆਖਦੇ ਨੇ, ਕਹਿੰਦੇ ਆਪਣੇ ਅੰਦਰ ਨੂੰ ਪੁੱਛ ਕੇ ਮੈਂ ਕੌਣ। ਅੰਦਰ ਝਾਤੀ ਮਾਰੀ ਤੇ ਕਹਿਣ ਲੱਗਾ ਤੁਸੀਂ ਗੁਰੂ ਗੋਬਿੰਦ ਸਿੰਘ? ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਹਾਂ। ਕਹਿੰਦੇ ਤੂੰ ਕੌਣ? ਮਾਧੋ ਦਾਸ ਇੱਕਦਮ ਹੱਥ ਜੋੜ ਕੇ ਆਖਦਾ ਹੈ, ਸੱਚੇ ਪਾਤਸ਼ਾਹ ਮੈਂ ਤੇਰਾ ਬੰਦਾ ਹਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਦੇਖੋ ਇਤਿਹਾਸ ਦੇ ਵਿੱਚ 3 ਬਹਾਦਰ ਦੇ ਖਿਤਾਬ ਮਿਲੇ ਨੇ। ਪਹਿਲਾ ਖਿਤਾਬ ਬਾਬਾ ਬਿਧੀ ਚੰਦ ਨੂੰ ਕਿਹਾ ਗਿਆ, ਬਾਬਾ ਬਿਧੀ ਚੰਦ ਬਹਾਦਰ। ਦੂਸਰਾ ਖਿਤਾਬ ਜਿਹੜਾ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਤਾ ਗਿਆ, ਗੁਰੂ ਹਰਗੋਬਿੰਦ ਸਾਹਿਬ ਨੇ ਤੇਗ ਬਹਾਦਰ। ਤੇ ਤੀਸਰਾ ਖਿਤਾਬ ਜਿਹੜਾ ਸੀ ਬਾਬਾ ਬੰਦਾ ਸਿੰਘ ਨੂੰ ਸਤਿਗੁਰੂ ਮਹਾਰਾਜ ਨੇ ਦਿੱਤਾ, ਬੰਦਾ ਸਿੰਘ ਬਹਾਦਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਅੰਮ੍ਰਿਤ ਸੰਚਾਰ ਉੱਥੇ ਕੀਤਾ। ਭਾਈ ਦਇਆ ਸਿੰਘ ਉਹ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥਾਂ ਤੋਂ ਅੰਮ੍ਰਿਤ ਛਕਿਆ, ਤੇ ਬਾਬਾ ਬੰਦਾ ਸਿੰਘ ਬਹਾਦਰ ਅਖੀਰਲੇ ਸਿੱਖ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੇ ਨਿੱਜ ਕਰਮਾਂ, ਨਿੱਜ ਸਤਿਗੁਰੂ ਮਹਾਰਾਜ ਜੀ ਦੇ ਹੱਥਾਂ ਤੋਂ ਅੰਮ੍ਰਿਤ ਛਕਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ 1708 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ ਦਿੰਦੇ ਆ। 5 ਸਿੱਖਾਂ ਨੂੰ ਨਾਲ ਭੇਜਿਆ, ਭਾਈ ਦਇਆ ਸਿੰਘ, ਭਾਈ ਰਣ ਸਿੰਘ, ਭਾਈ ਬਾਦ ਸਿੰਘ, ਭਾਈ ਬਨੋਦ ਸਿੰਘ, ਭਾਈ ਰਾਮ ਸਿੰਘ। ਸੱਚੇ ਪਾਤਸ਼ਾਹ ਮਹਾਰਾਜ ਨੇ 20 ਸਿੰਘ ਹੋਰ ਦਿੱਤੇ ਤੇ ਮਹਾਰਾਜ ਨੇ ਕਿਹਾ ਕਿ ਤੂੰ ਪੰਜਾਬ ਦੀ ਧਰਤੀ ਤੇ ਜਾਣਾ। ਉਹਨੇ ਇੱਕ ਸਵਾਲ ਕੀਤਾ ਸੀ ਬੰਦਾ ਸਿੰਘ ਬਹਾਦਰ ਨੇ, ਬਾਬਾ ਬੰਦਾ ਸਿੰਘ ਬਹਾਦਰ। ਉਹਨਾਂ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਇਹ ਤਾਂ ਜਿੰਨੇ ਤੁਸੀਂ ਇੱਥੇ ਜਾਨਵਰ ਡੇਰੇ ਦੇ ਵਿੱਚ ਮਾਰ ਦਿੱਤੇ, ਬੱਕਰੇ ਮਾਰ ਦਿੱਤੇ, ਮੁਰਗੇ ਮਾਰ ਦਿੱਤੇ, ਖੂਨ ਖੂਨ ਕਰ ਦਿੱਤਾ, ਇਹਨਾਂ ਬੇਦੋਸ਼ੀਆਂ ਦਾ ਕੀ ਕਸੂਰ ਸੀ? ਇਹ ਧਰਤੀ ਨੂੰ, ਮੇਰੇ ਡੇਰੇ ਦੀ ਧਰਤੀ ਨੂੰ ਤੁਸੀਂ ਲਹੂ ਦੇ ਵਿੱਚ ਰੰਗ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ ਤੈਨੂੰ ਡੇਰੇ ਵਿੱਚ ਬੇਦੋਸ਼ੇ ਮਰੇ ਦਿਸਦੇ ਨੇ, ਤੈਨੂੰ ਪੰਜਾਬ ਦੀ ਧਰਤੀ ਨਹੀਂ ਦਿਸੀ ਜਿੱਥੇ ਬੇਦੋਸ਼ਿਆਂ ਨੂੰ, ਜਿਨ੍ਹਾਂ ਦੇ ਅਜੇ ਦੁੱਧ ਦੇ ਦੰਦ ਨਹੀਂ ਟੁੱਟੇ, ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਂਦਾ ਹੈ। ਬਜ਼ੁਰਗਾਂ ਨੂੰ ਬੁਰਜ ਦੇ ਉੱਤੋਂ ਸੁੱਟ ਕੇ ਸ਼ਹੀਦ ਕੀਤਾ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ, ਹੁਣ ਦੇਖੋ ਅੱਜ ਦਾ ਸਿੱਖ ਉਹ ਕਹੇਗਾ ਜੀ ਦੇਖੋ 5 ਤੀਰਾਂ ਨਾਲ ਕੀ ਹੋਵੇਗਾ, ਆ 5 ਸਿੰਘ ਦਿੱਤੇ, 25 ਸਿੰਘ ਮੈਨੂੰ ਦਿੱਤੇ ਹੋ, ਤੇ ਕਹਿੰਦੇ ਪਏ ਹੋ ਕਿ ਸਮੇਂ ਦੀ ਹਕੂਮਤ, ਸਮੇਂ ਦਾ ਬਾਦਸ਼ਾਹ ਜਿਹੜਾ ਏ ਉਹਦੇ ਨਾਲ ਜਾ ਕੇ ਜੰਗ ਕਰਨੀ ਏ, ਵਜ਼ੀਰ ਖਾਨ ਦਾ ਤਖਤਾ ਪਲਟ ਕੇ ਰੱਖਣਾ ਏ। ਤੇ ਮਹਾਰਾਜਾ 10-15 ਸਿੰਘਾਂ ਦੇ ਨਾਲ ਮੈਂ ਕੀ ਕਰਾਂਗਾ, ਆ 5 ਤੀਰਾਂ ਦੇ ਨਾਲ ਮੈਂ ਕਿਵੇਂ ਲੜਾਂਗਾ? ਪਰ ਉਹਨੂੰ ਭਰੋਸਾ ਸੀ ਕਿ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਿੰਦੇ ਪਏ ਨਾ ਤੀਰ, ਇਹਨਾਂ ਤੀਰਾਂ ਨੂੰ 5 ਨਾ ਸਮਝੇ, ਇਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੈ। ਸਤਿਗੁਰੂ ਮਹਾਰਾਜ ਜੀ ਤੋਂ ਅਸੀਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋੜਦੇ ਆ, ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਂਦੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਲੈ ਕੇ, ਅਸੀਸ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਤੁਰਿਆ। ਤੇ ਇੱਕ ਗੱਲ ਮਹਾਰਾਜ ਨੇ ਆਖੀ, ਕਹਿਣ ਲੱਗੇ ਸਮਾਣੇ ਜ਼ਰੂਰ ਜਾਇਓ, ਸਰਹੰਦ ਭਾਵੇਂ ਬਾਅਦ ਵਿੱਚ ਜਾਇਓ, ਸਮਾਣੇ ਜ਼ਰੂਰ ਜਾਇਓ। ਉੱਥੇ ਸਾਡਾ ਬੜਾ ਪਿਆਰਾ ਮਿੱਤਰ ਰਹਿੰਦਾ ਸੀ ਜਿਹਨੂੰ ਜ਼ਾਲਮਾਂ ਨੇ ਕੋਹ ਕਰਕੇ ਸ਼ਹੀਦ ਕੀਤਾ, ਪੀਰ ਬੁੱਧੂ ਸ਼ਾਹ। ਸਤਿਗੁਰੂ ਮਹਾਰਾਜ ਜੀ ਦਾ ਹੁਕਮ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚਿਆ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਬਾਅਦ ਵਿੱਚ ਪਹੁੰਚਦਾ ਹੈ ਤੇ ਸਿੱਖ ਅੱਗੋਂ ਨਾਲ ਰਲਨੇ ਪਹਿਲੋਂ ਸ਼ੁਰੂ ਹੋਏ। ਮਾਝੇ ਤੋਂ ਰਲੇ, ਮਾਲਵੇ ਤੋਂ ਰਲੇ, ਦੁਆਬੇ ਤੋਂ ਰਲੇ। 25 ਸਿੰਘ ਜਿਹੜੇ ਸਨ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਬਦਲ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਢਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਦੇ ਵਿੱਚ ਜਲਾਦ ਰਹਿੰਦੇ ਸੀ, 22 ਜਲਾਦਾਂ ਦੇ ਪਰਿਵਾਰ ਸੀ ਉੱਥੇ, ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਾਸਲ ਬੇਗ, ਮੁਬਾਸ਼ਰ ਬੇਗ ਸ਼ਹੀਦ ਕਰਨ ਵਾਲੇ, ਜਲਾਲੂਦੀਨ ਜਿਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਤੇ ਤਲਵਾਰ ਚਲਾਈ ਸੀ। ਔਰ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸ਼ਹੀਦ ਹੋਣ ਲੱਗੇ ਆ ਨਾ,
ਤੇ ਸਤਿਗੁਰੂ ਮਹਾਰਾਜ ਨੂੰ ਜਲਾਦ ਜਲਾਲੂਦੀਨ ਆਖਦਾ ਸੀ, ਕਹਿਣ ਲੱਗਾ ਆ ਤਲਵਾਰ ਦੇਖ, ਮੈਂ ਖਾਨਦਾਨੀ ਜਲਾਦ ਆ, ਮੇਰੇ ਹੱਥ ਨਹੀਂ ਕੰਬਨੇ ਜਦੋਂ ਤੇਰਾ ਸਿਰ ਮੈਂ ਧੜ ਤੋਂ ਵੱਖ ਕਰ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੇ ਤੂੰ ਖਾਨਦਾਨੀ ਜਲਾਦ ਆ ਨਾ, ਮੈਂ ਖਾਨਦਾਨੀ ਸ਼ਹੀਦ ਆ। ਆ ਦੇਖ ਮੇਰਾ ਦਾਦਾ ਗੁਰੂ ਅਰਜਨ ਦੇਵ ਮਹਾਰਾਜ ਉਹ ਸ਼ਹੀਦ, ਅੱਜ ਮੈਂ ਸ਼ਹੀਦ ਹੋਣ ਲੱਗਾ। ਇੱਕ ਗੱਲ ਯਾਦ ਰੱਖੀ ਜਲਾਲੂਦੀਨ, ਇੱਕ ਦਿਨ ਆਵੇਗਾ ਤੇਰੇ ਖਾਨਦਾਨ ਵਿੱਚੋਂ ਜਲਾਦ ਜੰਮਣੇ ਬੰਦ ਹੋਣਗੇ, ਪਰ ਮੇਰੇ ਖਾਨਦਾਨ ਵਿੱਚੋਂ ਸ਼ਹੀਦ ਜੰਮਣੇ ਬੰਦ ਨਹੀਂ ਹੋਣੇ। ਅੱਜ ਵੀ ਦੇਖੋ ਕਿਸੇ ਸਿੱਖ ਦਾ ਦੇਖ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਸੀਂ ਸੰਤਾਨ ਆ, ਭਾਵੇਂ 84 ਚੱਲੀ, ਭਾਵੇਂ ਕੋਈ ਸਮਾਂ ਚੱਲਿਆ, ਸਿੱਖਾਂ ਨੇ ਗੁਰੂ ਦਾ ਆਸਰਾ ਲੈ ਕਰਕੇ ਸ਼ਹੀਦੀ ਦੇ ਜਾਮ ਪੀਤੇ ਆ। ਸਤਿਗੁਰੂ ਮਹਾਰਾਜ ਜੀ ਦਾ ਹੁਕਮ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਸਮਾਣੇ ਨੂੰ ਢਾਇਆ। ਜਿੰਨੇ ਜਲਾਦ ਸੀ 22 ਜਲਾਦ ਤੇ ਉਹਨਾਂ ਨੂੰ ਫੌਜ ਰੱਖਣ ਦਾ ਹੁਕਮ ਸੀ। 22 ਜਲਾਦਾਂ ਦੇ ਜਿਹੜਾ ਸੀ ਖਾਨਦਾਨ ਖਤਮ ਕਰ ਰੱਖ ਦਿੱਤੇ। ਕਪੂਰੀ ਨੂੰ ਜਿੱਤਿਆ, ਬਾਬਾ ਬੰਦਾ ਸਿੰਘ ਬਹਾਦਰ ਨੇ ਸੰਡੌਰੇ ਨੂੰ ਜਿੱਤਿਆ। ਅਖੀਰ ਤੇ ਜਿਹੜਾ ਸੀ ਉਹ ਮਈ ਮਹੀਨੇ ਵਿੱਚ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ 1710 ਦੇ ਅੰਦਰ ਇੱਕ ਭਾਰੀ ਜੰਗ ਹੁੰਦੀ ਏ, ਜਿੰਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਜ਼ੀਰ ਖਾਂ ਫੌਜ ਲੈ ਕੇ ਪਹੁੰਚਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਉਸ ਜੰਗ ਦੇ ਵਿੱਚ ਜਿੱਤਦੇ ਆ ਤੇ ਵਜ਼ੀਰ ਖਾਂ ਦੀ ਮੌਤ ਹੁੰਦੀ ਆ। ਜੋਗੀ ਅੱਲਾ ਯਾਰ ਖਾਂ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਿਖਦਾ ਏ ਤੇ ਉਦੋਂ ਲਿਖਦਾ ਹੈ, ਜਦੋਂ ਸਮਾਪਤੀ ਕਰਦਾ ਅਖੀਰ ਤੇ ਉਹ ਕਹਿੰਦਾ जोगी जी बस हुई इतनी देर थी, बस्ती सरहंद ईटों का ढेर थी। कहते थोड़ी देर हुई। देखो 1704 ਦੇ ਵਿੱਚ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਤੇ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੰਦੇ ਆ। जोगी जी बस इसके बाद हुई इतनी देर थी, बस्ती सरहंद ईटों का ढेर थी। बाबा बंदा सिंह बहादुर ने सिख राज कायम किया, ਮੁਖਲਸਗੜ੍ਹ ਨੂੰ ਰਾਜਧਾਨੀ ਬਣਾਇਆ, ਲੋਹਗੜ੍ਹ ਉਹਦਾ ਨਾਮ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਜੇਕਰ ਸਿੱਕਾ ਚਲਾਇਆ, ਜੇਕਰ ਮੋਹਰ ਚਲਾਈ, ਜੇਕਰ ਨਿਸ਼ਾਨ ਫਹਿਰਾਏ, ਕਿਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਨਹੀਂ ਕਿਹਾ ਕਿ ਮੈਨੂੰ ਬਾਦਸ਼ਾਹ ਆਖੋ, ਮੈਂ ਬਾਦਸ਼ਾਹ ਬਣਿਆ। ਸਿੱਖ ਰਾਜ ਤਾਂ ਕਾਇਮ ਕੀਤਾ, ਪਰ ਉਹ ਮੋਹਰ ਜਿਹੜੀ ਸੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਲਾਉਂਦੇ ਰਹੇ ਕਿ ਮਹਾਰਾਜ ਇਹ ਫਤਿਹ ਤੁਹਾਡੀ ਏ, ਇਹ ਮੇਰੀ ਫਤਿਹ ਨਹੀਂ, ਤੁਸੀਂ ਕਿਰਪਾ ਕੀਤੀ ਤਾਂ ਫਤਿਹ ਹੋਇਆ। ਅਖੀਰ ਤੇ ਜਦੋਂ ਅੱਜ ਦਾ ਜੋ ਕੱਲ ਬੀਤਿਆ, ਬਾਬਾ ਜੀ ਦੀ ਸ਼ਹਾਦਤ ਨੂੰ ਦੇਖਦੇ ਬਹੁਤ ਜੰਗਾਂ ਹੋਈਆਂ, ਬਹੁਤ ਝੜਪਾਂ ਹੋਈਆਂ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਵਿਆਹ ਜਿਹੜਾ ਸੀ ਸੁਸ਼ੀਲ ਕੌਰ ਦੇ ਨਾਲ ਕਾਂਗੜੇ ਹੁੰਦਾ ਹੈ। ਉਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਜਿੰਦਾ ਨਾਂ ਇਤਿਹਾਸਕਾਰ ਜਦੋਂ ਲਿਖਦੇ ਨਾ ਕੁੰਵਰ ਅਜੈ ਸਿੰਘ ਲਿਖਦੇ ਆ ਤੇ ਅਸੀਂ ਸਤਿਕਾਰ ਵਜੋਂ ਕਹਿੰਦੇ ਬਾਬਾ ਅਜੈ ਸਿੰਘ। 1716 15 ਜਦੋਂ ਆਉਂਦੀ ਹੈ ਦਸੰਬਰ ਦੇ ਲਾਗੇ ਛਾਗੇ, ਨਵੰਬਰ ਦਸੰਬਰ ਦੇ ਮਹੀਨੇ, ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਆ। 20,000 ਦੀ ਫੌਜ ਜਿਹੜਾ ਸੀ ਫਰਕਸ਼ੀਅਰ ਬਾਦਸ਼ਾਹ, ਕਿਉਂਕਿ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਫਰਕਸ਼ੀਅਰ ਬਾਦਸ਼ਾਹ ਬਣਦਾ ਹੈ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਸਤੇ 20,000 ਦੀ ਫੌਜ ਦਿੱਲੀ ਤੋਂ ਭੇਜਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਹੋਣੀ ਗੁਰਦਾਸ ਨੰਗਲ ਗੜੀ ਹੈ। ਦੇਖੋ ਸਿੱਖਾਂ ਦਾ ਇੱਕ ਗੜੀਆਂ ਦੇ ਨਾਲ ਵੀ ਕਿੰਨਾ ਸੰਬੰਧ ਰਿਹਾ, ਕਿਤੇ ਗੁਰਦਾਸ ਨੰਗਲ ਦੀ ਗੜੀ, ਕਿਤੇ ਸਾਰਾ ਗੜੀ, ਕਿਤੇ ਚਮਕੌਰ ਦੀ ਗੜੀ, ਤੇ ਸਿੱਖ ਕੱਚੀਆਂ ਗੜੀਆਂ ਦੇ ਵਿੱਚ ਵੀ ਲੜ ਕੇ ਸਿੱਖਾਂ ਨੇ ਹੌਸਲਾ ਨਹੀਂ ਛੱਡਿਆ। ਗੜੀਆਂ ਜ਼ਰੂਰ ਕੱਚੀਆਂ ਸੀ ਪਰ ਸਿੱਖਾਂ ਦੇ ਹੌਸਲੇ ਬਹੁਤ ਪੱਕੇ ਸੀ। ਬਾਬਾ ਬੰਦਾ ਸਿੰਘ ਬਹਾਦਰ ਉਹ ਦੁਨੀ ਚੰਦ ਦੀ ਕੱਚੀ ਇੱਕ ਗੜੀ ਹੈ, ਹਵੇਲੀ ਏ, ਉਸ ਹਵੇਲੀ ਦੇ ਵਿੱਚ ਘੇਰੇ ਗਏ। 8 ਮਹੀਨੇ ਤੱਕ ਜਿਹੜਾ ਸੀ ਉਹ ਘੇਰਾ ਪਿਆ ਰਿਹਾ। 8 ਮਹੀਨੇ ਦੇ ਘੇਰੇ ਵਿੱਚ ਜੋ ਰਾਸ਼ਨ ਪਾਣੀ ਸੀ ਉਹ ਖਤਮ ਹੋਇਆ। ਰਾਸ਼ਨ ਪਾਣੀ ਤੋਂ ਬਾਅਦ ਵਿੱਚ ਸਿੱਖਾਂ ਨੇ ਦਰਖਤਾਂ ਦੇ ਪੱਤੇ ਖਾਦੇ। ਇਤਿਹਾਸ ਕਹਿੰਦਾ ਕਿ ਆਪਣੇ ਪੱਟਾਂ ਦਾ ਮਾਸ ਚੀਰ ਕੇ ਸਿੱਖਾਂ ਨੇ ਖਾਦਾ ਤੇ ਜ਼ਿੰਦਗੀ ਜਿਉਂਦੇ ਰਹਿ ਕੇ ਲੜਨਾ ਏ ਬੁਜ਼ਦਲਾਂ ਦੀ ਤਰ੍ਹਾਂ, ਇਹ ਨਹੀਂ ਕਿ ਜਾ ਕੇ ਆਪਣਾ ਸਮਰਪਣ ਕਰ ਦੇਣਾ। 8 ਮਹੀਨੇ ਦੇ ਘੇਰੇ ਵਿੱਚ ਜਿੱਦਣ ਫੜੇ ਜਾਂਦੇ ਆ, 700 ਕਮਾਨਾਂ ਮਿਲੀਆਂ ਪਰ ਤੀਰ ਇੱਕ ਨਹੀਂ ਮਿਲਿਆ। 208 ਬੰਦੂਕ ਮਿਲੀਆਂ ਪਰ ਗੋਲੀ ਇੱਕ ਨਹੀਂ ਮਿਲੀ। 300 ਸਿੰਘ ਸੀ ਕੇਵਲ ਅੰਦਰ, ਜਿਨ੍ਹਾਂ ਨੂੰ ਕੇਵਲ ਨਿਢਾਲ ਹੋਏ, ਕਈ ਸਮੇਂ ਤੋਂ ਪੂਰੀ ਤਰ੍ਹਾਂ ਰੋਟੀ ਨਾ ਮਿਲ ਸਕੀ,
ਭੁੱਖ ਦੇ ਨਾਲ ਨਿਢਾਲ ਹੋਏ ਸਿੱਖਾਂ ਨੇ ਫਿਰ ਵੀ ਲੜ ਕੇ ਕਈਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇੱਥੋਂ ਤੱਕ ਕਿ ਜਦੋਂ ਸਿੰਘ ਲੜਦੇ ਰਹੇ ਨਾ, ਜਿੱਦਣ ਗ੍ਰਿਫਤਾਰੀ ਹੁੰਦੀ ਏ, ਜਿਹੜਾ ਸਿੰਘ ਸ਼ਹੀਦ ਹੋ ਜਾਂਦਾ ਉਹ ਮੁਗਲ ਜਿਹੜੇ ਫੌਜੀ ਸੀ ਉਹ ਪੇਟ ਚੀਰਦੇ ਹੁੰਦਾ। ਉਹ ਕਹਿੰਦੇ ਇਹ ਬਾਦਸ਼ਾਹ ਬਣਿਆ ਰਿਹਾ, ਇਹਨਾਂ ਕੋਲ ਸੋਨਾ ਹੋਵੇਗਾ, ਮੋਹਰਾਂ ਹੋਣਗੀਆਂ, ਕਿਤੇ ਇਹ ਤੇ ਨਹੀਂ ਇਹਨਾਂ ਨੇ ਪੇਟ ਦੇ ਵਿੱਚ ਮੋਹਰਾਂ ਲਗਾ ਕੇ ਰੱਖੀਆਂ ਹੋਣ। ਪੇਟ ਚੀੜੇ ਗਏ ਉਹਨਾਂ ਸਿੱਖਾਂ ਦੇ, ਸਿੱਖਾਂ ਦੀਆਂ ਖੋਪੜੀਆਂ ਕੱਟੀਆਂ ਗਈਆਂ। 700 ਗੱਡਾ ਜਿਹੜਾ ਸੀ ਨਾ, ਗੱਡੇ ਸਮਝਦੇ ਆ ਨਾ, ਰੇੜੇ, ਗੱਡੀਆਂ, 700 ਗੱਡੀਆਂ ਜਿਹੜੀਆਂ ਸੀ ਉਹ ਸਿੱਖਾਂ ਦੀਆਂ ਖੋਪੜੀਆਂ ਦੀਆਂ ਭਰੀਆਂ ਗਈਆਂ। 300 ਸਿੰਘ ਕੇਵਲ ਫੜਿਆ ਗਿਆ। ਔਰ 300 ਦੇ ਨਾਲ ਜਿਹੜੇ ਮਿਲਵਰਤਨੀਏ ਸਿੰਘ ਸੀ ਨਾ, ਦੋ ਤਰ੍ਹਾਂ ਦੇ ਸਿੱਖ ਰਹੇ, ਇੱਕ ਜੁਝਾਰੂ ਸਿੱਖ, ਇੱਕ ਮਿਲਵਰਤਨੀਏ ਸਿੱਖ। ਜੁਝਾਰੂ ਉਹ ਸੀ ਜਿਹੜੇ ਹਕੂਮਤ ਦੇ ਨਾਲ ਜੰਗ ਕਰਦੇ ਆ, ਤੇ ਮਿਲਵਰਤਨੀਏ ਉਹ ਸੀ ਜਿਹੜੇ ਖੇਤੀਬਾੜੀ ਕਰਨੀ ਤੇ ਸਿੱਖਾਂ ਦੇ ਵਾਸਤੇ ਕੁਝ ਨਾ ਕੁਝ ਖਾਣ ਪੀਣ ਦਾ ਪ੍ਰਬੰਧ ਕਰਕੇ ਰੱਖਣਾ, ਜਿਹੜੇ ਪਿੰਡਾਂ 'ਚ ਰਹਿਣਾ ਜਿਨ੍ਹਾਂ ਨੇ, ਉਹਨਾਂ ਨੂੰ ਵੀ ਫੜਿਆ ਗਿਆ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਜਦੋਂ ਕੀਤਾ ਗਿਆ ਤੇ ਅਬਦੁਲ ਸਮੰਦ ਖਾਂ ਹੋਣਾ ਨੇ ਫਰਖਸ਼ੀਰ ਦੇ ਹੁਕਮ ਦੇ ਅਨੁਸਾਰ ਪਹਿਲੋਂ ਲਾਹੌਰ ਲੈ ਕੇ ਜਾਂਦੇ ਆ। ਲਾਹੌਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਇਹ ਪੂਰੇ ਜਿਹੜੇ ਸਿੱਖ 740 ਇਤਿਹਾਸਕਾਰ ਲਿਖਦੇ ਨੇ, ਇਹਨਾਂ ਸਿੱਖਾਂ ਨੂੰ ਜਿਹੜਾ ਸੀ ਉਹ ਗ੍ਰਿਫਤਾਰ ਕੀਤਾ ਗਿਆ। ਇੱਕ ਹਾਥੀ ਦੇ ਉੱਤੇ ਇੱਕ ਪਿੰਜਰਾ ਰੱਖਿਆ ਗਿਆ। ਉਸ ਪਿੰਜਰੇ ਦੇ ਵਿੱਚ ਲਾਲ ਪੁਸ਼ਾਕ ਪਾਈ ਗਈ। ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਦੇ ਉੱਤੇ ਲਾਲ ਇੱਕ ਪੱਗ ਬੰਨੀ ਗਈ, ਹੱਥਾਂ ਦੇ ਵਿੱਚ ਹੱਥ ਘੜੀਆਂ, ਤੇ ਹਾਥੀ ਦੇ ਉੱਤੇ ਪਿੰਜਰਾ ਜਿਹੜਾ ਰੱਖਿਆ ਸੀ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ, ਰੱਖਿਆ ਗਿਆ। ਮਗਰ ਸਿਪਾਹੀ ਰੱਖੇ, ਉਹ ਇਹ ਸਮਝਦੇ ਸੀ ਕਿ ਕਰਾਮਾਤਾਂ ਬਹੁਤ ਨੇ ਬਾਬਾ ਬੰਦਾ ਸਿੰਘ ਬਹਾਦਰ ਕੋਲ, ਕਿਤੇ ਇਹ ਨਾ ਹੋਵੇ ਕਿ ਪਿੰਜਰੇ ਸਣੇ ਹੀ ਉੱਡ ਜਾਏ। ਅੱਗੇ ਸਿੱਖਾਂ ਨੂੰ ਜਿਹੜਾ ਸੀ ਉਹ ਤੋਰਿਆ ਗਿਆ, ਹੱਥ ਘੜੀਆਂ ਸਿੱਖਾਂ ਦੇ ਲੱਗੀਆਂ। ਔਰ ਇੱਕ ਬਿੱਲੀ, ਧਿਆਨ ਰੱਖਿਓ, ਉਹ ਇਹਦੇ ਪਿੱਛੇ ਵੀ ਇੱਕ ਲੌਜਿਕ ਰੱਖਿਆ। ਉਹ ਇੱਕ ਬਿੱਲੀ ਇੱਕ ਉੱਚੇ ਸਾਰੇ ਬਾਂਸ ਡੰਡੇ ਦੇ ਉੱਪਰ ਟੰਗੀ ਗਈ, ਮਾਰ ਕੇ ਬਿੱਲੀ ਟੰਗੀ ਗਈ। ਉਹ ਬਿੱਲੀ ਟੰਗਣ ਤੋਂ ਭਾਵ ਇਹ ਸੀ ਕਿ ਸਿੱਖ ਕੀ, ਅਸੀਂ ਤਾਂ ਸਿੱਖਾਂ ਦੀਆਂ ਬਿੱਲੀਆਂ ਨੇ ਘਰਾਂ ਦੇ ਵਿੱਚ ਰਹਿਣ ਦਿੱਤੀਆਂ, ਉਹ ਵੀ ਮਾਰ ਦਿੱਤੀਆਂ। 700 ਸਿੰਘ ਜਿਨ੍ਹਾਂ ਦੇ ਕੇਸ ਖੁੱਲੇ ਹੋਏ ਨੇ, ਹਵਾ ਦੇ ਵਿੱਚ ਉੱਡਦੇ ਨੇ, ਉਹਨਾਂ ਦੇ ਸਿਰ ਨੇਜਿਆਂ ਦੇ ਉੱਤੇ ਟੰਗੇ ਗਏ। 700 ਗੱਡਾ ਭਰਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਉਹ ਉਹਨਾਂ ਨੂੰ ਪਿੰਜਰੇ ਦੇ ਵਿੱਚ ਬੰਨ ਕੇ ਲੈ ਕੇ ਗਏ। ਦਿੱਲੀ ਜਦੋਂ ਲੈ ਕੇ ਜਾਂਦੇ ਆ ਤੇ ਦਿੱਲੀ ਦੇ ਵਿੱਚ ਰੋਜ਼ ਜਿਹੜਾ ਸੀ 100 ਸਿੰਘ ਦਾ ਜਿਹੜਾ ਸੀ ਉਹ ਕਤਲ ਹੁੰਦਾ, ਸ਼ਹਾਦਤ ਹੁੰਦੀ ਆ, 100 ਸਿੰਘ ਸ਼ਹੀਦ ਹੁੰਦਾ। ਇੱਕ ਬੜੀ ਪਿਆਰੀ ਘਟਨਾ ਵਾਪਰਦੀ ਕਿ ਧੰਨ ਸੀ ਉਸ ਸਮੇਂ ਦੇ ਸਿੱਖ, ਭਾਵੇਂ ਜਿਨ੍ਹਾਂ ਨੇ ਜੰਗ ਵੀ ਨਹੀਂ ਨਾ ਲੜੀ, ਭਾਵੇਂ ਇੱਕ ਦਿਨ ਵੀ ਉਹ ਜੂਝੇ ਨਹੀਂ, ਪਰ ਜੇਕਰ ਸਮਾਂ ਸਿੱਖੀ ਦੇ ਉੱਤੇ ਬਣਿਆ ਤੇ ਉਹ ਸ਼ਹੀਦੀ ਤੋਂ ਪੈਰ ਪਿਛਾਂ ਨਹੀਂ ਉਹਨਾਂ ਨੇ ਕੀਤਾ। ਇੱਕ ਭਾਈ ਭੀਮ ਸਿੰਘ ਹੋਏ ਨੇ, ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਜੀ ਸੁਪਾਰੀ ਵਿੰਡ, ਉੱਥੋਂ ਦੇ ਰਹਿਣ ਵਾਲੇ ਸੀ ਭਾਈ ਭੀਮ ਸਿੰਘ। ਜਦੋਂ ਇਹ ਫਰਖਸ਼ੀਰ ਦੇ ਹੁਕਮ ਦੇ ਅਨੁਸਾਰ ਜਦੋਂ ਲੈ ਕੇ ਗਏ ਸਿੱਖਾਂ ਨੂੰ ਫੜਿਆ ਤੇ 300 ਸਿੱਖ ਕੇਵਲ, ਤੇ ਉਹ ਕਹਿੰਦੇ ਦੱਸਾਂਗੇ ਕੀ ਜਾ ਕੇ ਕਿ 300 ਦੇ ਨਾਲ ਲੜਦੇ ਰਹੇ 8 ਮਹੀਨੇ, ਇੰਨੀ ਫੌਜ ਮਰਵਾ ਲਈ, ਇਹ 300 ਹੀ ਫੜਿਆ। ਉਹਨਾਂ ਨੇ ਬਾਕੀ ਮਿਲਵਰਤਨੀਏ ਸਿੱਖ ਫੜੇ। ਇਹ ਭਾਈ ਭੀਮ ਸਿੰਘ ਜਿਹੜਾ ਸੀ, ਇਹਦਾ ਦੇ ਨਵਾਂ ਵਿਆਹ ਹੋਇਆ ਸੀ ਤੇ ਡੋਲਾ ਲੈ ਕੇ ਵਾਪਸ ਆਉਂਦਾ ਸੀ। ਘਰਵਾਲੀ ਨੇ ਹੱਥ ਵਿੱਚ ਚੂੜਾ ਪਾਇਆ ਹੈ, ਹੱਥ ਮਹਿੰਦੀ ਦੇ ਨਾਲ ਰੰਗੇ ਹੋਏ ਨੇ, ਪਰ ਮੁਗਲ ਹਕੂਮਤ ਨੇ ਇਹ ਸਿੱਖ ਨੂੰ ਵੀ ਗ੍ਰਿਫਤਾਰ ਕਰ ਲਿਆ ਕਿ ਇਹ ਬੰਦਾ ਸਿੰਘ ਬਹਾਦਰ ਦੇ ਨਾਲ ਏ। ਜਦੋਂ ਦਿੱਲੀ ਲੈ ਕੇ ਗਏ, ਉਧਰੋਂ ਮਾਂ ਨੇ ਯਤਨ ਕੀਤਾ, ਉਹਨੇ ਨੌ ਨੂੰ ਨਾਲ ਲਿਆ, ਸਰਕਾਰੇ ਦਰਬਾਰੇ ਪਹੁੰਚਦੀ ਦਿੱਲੀ ਤੱਕ ਫਰਖਸ਼ੀਰ ਦੇ ਦਰਬਾਰ ਵਿੱਚ ਪਹੁੰਚੀ। ਹਰ ਸਿੱਖ ਨੂੰ ਜਦੋਂ ਕਤਲ ਕੀਤਾ ਜਾਂਦਾ, ਉਹਨੂੰ ਕਿਹਾ ਜਾਂਦਾ, ਕਹਿ ਕਿ ਮੈਂ ਮੁਸਲਮਾਨ, ਮੈਂ ਸਿੱਖ ਨੇ ਤੈਨੂੰ ਛੱਡ ਦਿੰਨੇ ਆ। ਉਹਨਾਂ ਨੇ ਜ਼ਲਾਦ ਨੂੰ ਕਹਿਣਾ, ਮੁਕਤੀ ਦਿਆ ਦਾਤਿਆ, ਛੇਤੀ ਕਰ, ਮੈਨੂੰ ਦੂਜਿਆਂ ਦੇ ਨਾਲ ਰਲਾ ਦੇ, ਮੈਂ ਪਿੱਛੇ ਨਹੀਂ ਰਹਿਣਾ ਚਾਹੁੰਦਾ। ਫਰਖਸ਼ੀਰ ਦੇ ਕੋਲੋਂ ਮਾਂ ਪਹੁੰਚੀ, ਉਹਨੇ ਕਿਹਾ ਮੇਰਾ ਪੁੱਤ ਸਿੱਖ ਨਹੀਂ, ਇਹਨੂੰ ਐਵੇਂ ਹੀ ਫੜ ਕੇ ਲੈ ਆਂਦਾ। ਉਹਨੇ ਚਿੱਠੀ ਲਿਖੀ ਫਰਖਸ਼ੀਰ ਨੇ, ਕਹਿੰਦੇ ਛੇਤੀ ਜਾ ਤੇ ਕਤਲਗਾਹ ਜਿੱਥੇ ਆ ਮਹਿਰੋਲੀ, ਕਤਲਗਾਹ ਦੇ ਵਿੱਚ ਜਾ, ਉੱਥੇ ਜਾ ਕੇ ਆ ਚਿੱਠੀ ਜਲਾਦ ਨੂੰ ਦਿਖਾਈ, ਤੇਰਾ ਪੁੱਤ ਛੱਡ ਦਿੱਤਾ ਜਾਏਗਾ। ਪਰ ਇੱਕ ਗੱਲ, ਤੇਰਾ ਪੁੱਤ ਉੱਥੇ ਕਵੇ ਕਿ ਮੈਂ ਸਿੱਖ ਨਹੀਂ। ਉਹ ਚਿੱਠੀ ਲੈ ਕੇ ਗਈ ਤੇ ਸਬੱਬ ਕੀ ਬਣਿਆ ਕਿ ਉਸੇ ਦੇ ਪੁੱਤ ਦੀ ਸ਼ਹਾਦਤ ਦਾ ਸਮਾਂ ਸੀ। ਕਿਰਪਾਨ ਅਜੇ ਚੱਲਣ ਲੱਗੀ ਆ, ਮਾਂ ਨੇ ਜਾ ਕੇ ਆਵਾਜ਼ ਦਿੱਤੀ, ਵੇ ਨਾ ਕਰੀ, ਇਹ ਮੇਰਾ ਪੁੱਤ ਸਿੱਖ ਨਹੀਂ ਆ, ਆ ਚਿੱਠੀ ਦੇਖ ਬਾਦਸ਼ਾਹ ਦੀ। ਉਹ ਚਿੱਠੀ ਜ਼ਲਾਦ ਨੇ ਪੜ੍ਹੀ, ਕਹਿੰਦੇ ਤੈਨੂੰ ਛੱਡ ਦਿੱਤਾ ਜਾ। ਉਹ ਕਹਿੰਦਾ ਕਿਉਂ? ਕਹਿੰਦੇ ਤੇਰੀ ਮਾਂ ਕਹਿੰਦੀ ਤੂੰ ਸਿੱਖ ਨਹੀਂ ਆ।
ਉਹਨੇ ਜ਼ੋਰ ਨਾਲ ਕਿਹਾ, ਕਹਿੰਦੇ ਨਹੀਂ, ਮੇਰੀ ਮਾਂ ਝੂਠ ਬੋਲਦੀ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ, ਮੈਂ ਕੱਲਾ ਸਿੱਖ ਨਹੀਂ, ਮੇਰਾ ਰੋਮ ਰੋਮ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ, ਛੇਤੀ ਕਰੋ, ਮੈਨੂੰ ਕਤਲ ਕਰੋ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਅਖੀਰ ਤੇ ਜਿਹੜੇ ਸਿੰਘ ਰਹਿੰਦੇ ਆ, ਉਹ ਸਿੱਖਾਂ ਨੂੰ ਜਿਹੜਾ ਸੀ ਰੋਜ਼ ਕਤਲ ਕੀਤਾ ਗਿਆ। ਤੇ ਇੱਕ ਦਿਨ ਕਹਿੰਦੇ ਨੇ ਫਰਖਸ਼ੀਰ ਨੇ ਕਿਹਾ ਸੀ, ਕਹਿੰਦੇ ਬਾਦਸ਼ਾਹ, ਮੈਂ ਸੁਣਿਆ ਤੂੰ ਫਰਤੀਲਾ ਬੜਾ ਏ, ਤੂੰ ਯੋਧਾ ਬੜਾ ਏ, ਤੂੰ ਆਪਣੀ ਕੋਈ ਤਾਕਤ ਦਿਖਾ ਸਕਦਾ ਏ? ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਸਾਥੀ ਬਾਬਾ ਬਾਦ ਸਿੰਘ, ਉਹ ਕਹਿੰਦੇ ਮੇਰਾ ਹੱਥ ਖੋਲ ਕੇ ਦੇਖੋ। ਹੱਥ ਕੜੀਆਂ ਲੱਗੀਆਂ, ਪੈਰ ਨੂੰ ਹੱਥ ਕੜੀਆਂ, ਇੱਕ ਹੱਥ ਅਜੇ ਖੋਲਿਆ ਤੇ ਬਾਬਾ ਬਾਦ ਸਿੰਘ ਨੇ ਉਹ ਨਾਲ ਖਲੋਤੇ ਸਿਪਾਹੀ ਦੀ ਤਲਵਾਰ ਕੱਢੀ ਤੇ ਜਿੰਨੇ ਕੁ ਉਹਦੇ ਘੇਰੇ ਚ ਆਏ ਉਹਨੇ ਸਾਰਿਆਂ ਨੂੰ ਝਟਕਾ ਦਿੱਤਾ। ਦਵਾ ਦਵ ਉਹਨਾਂ ਨੇ ਫੜ ਕੇ ਬੰਨਿਆ। ਕਹਿੰਦੇ ਇਵੇਂ ਦੇ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਅਖੀਰ ਤੇ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਜਿੱਦਣ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਣੀ ਆ, ਸਭ ਤੋਂ ਪਹਿਲਾਂ 4 ਸਾਲ ਦਾ ਪੁੱਤਰ ਇਹਦੀ ਅਜੈ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚ ਬਿਠਾਇਆ, ਨਾਲ ਹੱਥ ਦੇ ਵਿੱਚ ਛੁਰਾ ਦਿੱਤਾ, ਕਿਹਾ ਕਿ ਆਪਣੇ ਪੁੱਤਰ ਨੂੰ ਕਤਲ ਕਰੋ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਅਸੀਂ ਤਾਂ ਦੁਸ਼ਮਣ ਦਾ ਪੁੱਤ ਨਾ ਮਾਰੀਏ। ਤੇ ਫਿਰ ਮੇਰਾ ਉਹਦੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਦੇ 2 ਜ਼ਲਾਦ, ਇੱਕ ਨੇ ਪੈਰਾਂ ਵਾਲੇ ਪਾਸਿਓਂ ਬੱਚੇ ਨੂੰ ਪਕੜਿਆ, ਇੱਕ ਨੇ ਬਾਹਾਂ ਤੋਂ ਪਕੜਿਆ, ਜ਼ੋਰ ਦੇ ਨਾਲ ਛਾਤੀ ਦੇ ਵਿੱਚ ਵਾਰ ਕੀਤਾ ਤੇ ਛਾਤੀ ਨੂੰ ਪਾੜ ਕੇ ਰੱਖਤਾ। ਤੇ ਜ਼ੋਰ ਦੇ ਨਾਲ ਜਦੋਂ ਫੇਫੜੇ ਛਾਤੀ ਨੂੰ ਪਾੜਿਆ ਨਾ ਉਹਨਾਂ ਨੇ, ਤੇ ਧੜਕਦਾ ਹੋਇਆ ਜਿਹੜਾ ਦਿਲ ਸੀ ਨਾ, ਉਹ ਬਾਬਾ ਅਜੈ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ। ਦਾੜੀ ਕਹਿੰਦੇ ਸਾਰੀ ਖੂਨ ਦੇ ਨਾਲ ਭਿੱਜੀ ਆ। ਬੱਚੇ ਦੀਆਂ ਉਹ ਨਾੜਾਂ ਆਂਦਰਾਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾ ਦਿੱਤੀਆਂ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਅਸੀਂ ਇਸ ਤੋਂ ਵੀ ਵੱਧ ਜ਼ੁਲਮ ਅਜੇ ਕਰ ਸਕਦੇ ਹਾਂ, ਜੇ ਨਹੀਂ ਚਾਹੁੰਦਾ ਤੇ ਸਿੱਖੀ ਨੂੰ ਛੱਡ ਕੇ ਮੁਸਲਮਾਨ ਹੋ ਜਾ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਮੈਂ ਤੇ ਜਿੱਤ ਗਿਆ। ਕਹਿੰਦੇ ਕਿਵੇਂ? ਕਹਿੰਦੇ ਜਿੰਦੇ ਗਲ ਦੇ ਵਿੱਚ ਹਾਰ ਪੈ ਜਾਣ ਉਹ ਜਿੱਤ ਜਾਂਦਾ ਹੈ। ਤੇ ਅਰਦਾਸ ਕੀ ਕਰਦੇ, ਸੱਚੇ ਪਾਤਸ਼ਾਹ ਇੰਨੇ ਚਿਰ ਦਾ ਭੁੱਖਾ ਜੇ ਅੱਜ ਖਾਣ ਨੂੰ ਵੀ ਮਿਲਿਆ, ਅੱਜ ਕੁਛ ਮੂੰਹ ਦੇ ਵਿੱਚ ਵੀ ਪਾਇਆ, ਤੇ ਉਹ ਪੁੱਤਰ ਦਾ ਕਲੇਜਾ ਸੀ। ਅੱਜ ਸਿੱਖੀ ਦੀ ਸ਼ਹਾਦਤ ਹੋਣੀ ਹੈ, ਜੇ ਅੱਜ ਇਸ਼ਨਾਨ ਕਰਨਾ ਸੀ ਉਹ ਵੀ ਪੁੱਤਰ ਦੇ ਖੂਨ ਦੇ ਨਾਲ ਦਾੜਾ ਜਿਹੜਾ ਸੀ ਉਹ ਧੋ ਕੇ ਰੱਖ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਰਖਸ਼ੀਰ ਕਹਿੰਦਾ ਕਿ ਮਰਨਾ ਕਿਵੇਂ ਚਾਹੁੰਦਾ ਹੈ ਜੇ ਸਿੱਖੀ ਨਹੀਂ ਛੱਡਣੀ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਜਿਵੇਂ ਤੂੰ ਮਰਨਾ ਚਾਹੁੰਦਾ ਉਵੇਂ ਤੂੰ ਮੈਨੂੰ ਮਾਰ। ਇਹਨੇ ਕਿਹਾ, ਕਹਿੰਦੇ ਇਹਦੀਆਂ ਅੱਖਾਂ ਕੱਢ ਦਿਓ। ਸਭ ਤੋਂ ਪਹਿਲਾਂ ਸੱਜੀ ਅੱਖ ਬਾਬਾ ਬੰਦਾ ਸਿੰਘ ਬਹਾਦਰ ਦੀ ਕੱਢ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦਾ ਖੱਬਾ ਪੱਟ ਕੱਟਿਆ ਗਿਆ, ਸੱਜੀ ਲੱਤ ਕੱਟੀ ਗਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗਰਮ ਜਮੂਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਨੋਚਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ, ਦੋਨੇ ਬਾਹਾਂ ਵੱਢ ਦਿੱਤੀਆਂ, ਦੋਨੋਂ ਲੱਤਾਂ ਵੱਢ ਦਿੱਤੀਆਂ। ਅਖੀਰ ਤੇ ਸਿਰ ਦੇ ਵਿੱਚ ਹਥੌੜਾ ਮਾਰ ਕੇ ਨਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ। ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਸੰਖੇਪ ਦੇ ਵਿੱਚ ਕੋਸ਼ਿਸ਼ ਕੀਤੀ ਕਿ ਆਪਾਂ ਉਹਨਾਂ ਦੇ ਜੀਵਨ, ਕੱਲ ਉਹਨਾਂ ਦੀ ਸ਼ਹਾਦਤ ਲੰਘ ਕੇ ਗਈ, ਤੇ ਸਮਾਂ ਜਦੋਂ ਹੋਵੇ ਇਹਨਾਂ ਸ਼ਹੀਦਾਂ ਨੂੰ ਯਾਦ ਜ਼ਰੂਰ ਕਰੋ, ਕਿਉਂਕਿ ਇਹ ਉਹ ਸ਼ਹੀਦ ਨੇ। ਅਸੀਂ ਕਈ ਜੰਗਾਂ ਦੀ ਗੱਲ ਕਰਦੇ ਹਾਂ ਕਿ ਪਾਣੀਪਤ ਕਿਵੇਂ ਜਿੱਤਿਆ, ਉਹ ਲੜਾਈ ਕਿਵੇਂ ਹੋਈ। ਆਪਣੇ ਬੱਚਿਆਂ ਨੂੰ ਸਿੱਖੀ ਦਾ ਇਤਿਹਾਸ ਪੜ੍ਹਾ ਕੇ ਦੇਖੋ ਕਿ ਸਾਡੇ ਸ਼ਹੀਦਾਂ ਨੇ ਕਿਵੇਂ ਸਿੱਖ ਦਾ ਰਾਜ ਜਿਹੜਾ ਸਿੱਖੀ ਦਾ ਉਹ ਕਿਵੇਂ ਕਾਇਮ ਕੀਤਾ। ਆਓ ਲੜੀਵਾਰ ਜੋ ਹੁਕਮਨਾਮਾ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਉਹਦੇ ਅਖਰੀ ਅਰਥ ਆਪਾਂ ਸਰਵਣ ਕਰੀਏ। ਅਦਬ ਪਿਆਰ ਸਤਿਕਾਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਨੌਵਾਂ। ਇਸ ਸ਼ਬਦ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰਾਗ ਸੋਰਠ ਦੇ ਵਿੱਚ ਉਚਾਰਨ ਕੀਤਾ ਹੈ। ਨਾਵੇਂ ਤੋਂ ਭਾਵ ਕਿ ਗੁਰੂ ਤੇਗ ਬਹਾਦਰ ਮਹਾਰਾਜ ਇਹ ਲੜੀਵਾਰ ਦੂਸਰਾ ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 631 ਅੰਗ ਦੇ ਉੱਪਰ ਸੁਭਾਏਮਾਨ ਹੈ। ਮਨ ਕੀ ਮਨ ਹੀ ਮਾਹੇ ਰਹੀ। ਜਿੰਨੀ ਦੇਰ ਤੱਕ ਇਨਸਾਨ ਜਿਹੜਾ ਹੈ ਉਹ ਸੰਸਾਰ ਦੇ ਉੱਪਰ ਰਹਿੰਦਾ ਹੈ,
ਉਨੀ ਦੇਰ ਤੱਕ ਰੋਜ਼ ਮਨ ਦੇ ਵਿੱਚ ਨਵੇਂ ਖਿਆਲ ਪੈਦਾ ਹੁੰਦੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਖਦੇ ਨੇ, ਇੱਕਦਮ ਸੋਚ ਨੇ ਆਪਣੀ ਕੀਤੀ, ਕੌਣ ਤੇ ਕਿਉਂ ਕਰ ਆਇਆ ਹਾਂ, ਐਵੇਂ ਸਾਰੀ ਉਮਰ ਬਿਤਾ ਕੇ ਮਹਾ ਸ਼ੋਕ ਪਛਤਾਇਆ ਹਾਂ। ਇਹ ਰਹਾਉ ਜਿਹੜਾ ਆਉਂਦਾ ਹੈ ਨਾ, ਇਹਦਾ ਮਤਲਬ ਹੁੰਦਾ ਹੈ ਰੁਕਣਾ। ਤੇ ਭਾਈ ਵੀਰ ਸਿੰਘ ਕਹਿੰਦੇ ਨੇ, ਇੱਕ ਦਿਨ ਮੈਂ ਰੁਕ ਕੇ ਵੇਖਿਆ ਕਿ ਮੈਂ ਜ਼ਿੰਦਗੀ ਦੇ ਵਿੱਚ ਖੱਟਿਆ ਕਮਾਇਆ ਕੀ, ਕਿੰਨਾ ਕੁ ਜੀਵਨ ਬਤੀਤ ਹੋ ਗਿਆ ਤੇ ਕਿੰਨਾ ਰਹਿ ਗਿਆ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਇੱਕਦਮ ਸੋਚ ਨੇ ਆਪਣੀ ਕੀਤੀ, ਕੌਣ ਤੇ ਕਿਉਂ ਕਰ ਆਇਆ ਹਾਂ, ਐਵੇਂ ਸਾਰੀ ਉਮਰ ਗਵਾ ਕੇ ਮਹਾ ਸ਼ੋਕ ਪਛਤਾਇਆ ਹਾਂ। ਸਤਿਗੁਰ ਮਹਾਰਾਜ ਕਹਿੰਦੇ ਨੇ, ਮਨ ਕੀ, ਮਨ ਦੇ ਵਿੱਚ ਜਿਹੜੇ ਫੁਰਨੇ ਉੱਠੇ, ਮਨ ਦੇ ਵਿੱਚ ਜਿਹੜੀਆਂ ਲਾਲਸਾ ਪੈਦਾ ਹੋਈਆਂ। ਵਿਦਵਾਨ, ਵੈਸੇ ਮਨ ਜਿਹੜਾ ਹੈ ਨਾ ਜੀ, ਇਹ ਸਥੂਲ ਅੰਗ ਨਹੀਂ ਹੈ, ਇਹ ਸੂਖਸ਼ਮ ਹੈ। ਮਨ ਨੂੰ ਸਰੀਰ ਵਿੱਚ ਲੱਭ ਨਹੀਂ ਸਕਦੇ ਅਸੀਂ। ਬਾਣੀ ਇਹ ਗੱਲ ਆਖਦੀ ਆ ਕਿ ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ। ਮਨ ਦੀਆਂ ਬਹੁਤ ਸਾਰੀਆਂ ਤਰੰਗਾਂ, ਤੇ ਕਹਿੰਦੇ ਇਹਨੂੰ ਕਾਬੂ ਵਿੱਚ ਨਹੀਂ ਕੀਤਾ ਜਾ ਸਕਦਾ। ਇੱਕ ਸੈਕਿੰਡ ਵਿੱਚ ਮਨ ਇੱਥੇ ਹੁੰਦਾ, ਇੱਕ ਸੈਕਿੰਡ ਵਿੱਚ। ਹੁਣ ਦੇਖੋ, ਅਸੀਂ ਇੰਗਲੈਂਡ ਬੈਠੇ ਆ ਤੇ ਫੁਰਨਾ ਆਇਆ, ਇੰਡੀਆ ਮਨ ਪਹੁੰਚ ਜਾਂਦਾ, ਸਰੀਰ ਤੇ ਇੱਥੇ ਬੈਠਾ ਹੈ ਨਾ। ਸਤਿਗੁਰ ਮਹਾਰਾਜ ਕਹਿੰਦੇ, ਇਹ ਮਨ ਨੂੰ ਦੇਖਣਾ ਜੇਕਰ ਹੈ, ਮਨ ਨੂੰ ਜੇਕਰ ਸਮਝਣਾ ਤੇ ਖਿਆਲਾਂ ਨੂੰ ਸਮਝਣਾ ਸ਼ੁਰੂ ਕਰ ਦੋ। ਕਈ ਵਾਰੀ ਕਈ ਕਹਿਣਗੇ, ਦੇਖੋ ਜੀ ਅਸੀਂ ਤਾਂ ਮਨ ਸਾਧ ਲਿਆ, ਸਾਡਾ ਮਨ ਤੇ ਬੜਾ ਚੰਗਾ, ਅਸੀਂ ਕੁਝ ਵੀ ਉਲਟ ਪੁਲਟ ਨਹੀਂ ਸੋਚਦੇ, ਚੰਗਾ ਸੋਚਦੇ ਆ। ਪਰ ਦੇਖੋ, ਮਨ ਨੂੰ ਦੇਖਣਾ ਜਿੱਦਣ ਆ ਜੇ ਤੇ ਉਦਣ ਅਸਲ ਦੇ ਵਿੱਚ ਮਨ ਦੀ ਯਾਤਰਾ ਸ਼ੁਰੂ ਹੁੰਦੀ ਆ। ਤੇ ਮਨ ਨੂੰ ਦੇਖਣਾ ਕਦੋਂ ਆਉਂਦਾ ਹੈ? ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਬੈਠ ਕੇ ਬਾਣੀ ਦਾ ਅਭਿਆਸ ਕਰਦੇ, ਫਿਰ ਸਾਨੂੰ ਪਤਾ ਲੱਗਦਾ ਹੈ। ਹੁਣ ਇੱਥੇ ਬੈਠਿਆਂ ਸੋਚ ਕੇ ਮਨ ਨੂੰ ਜਦੋਂ ਧਿਆਨ ਮਾਰੀਏ ਨਾ, ਤੇ ਪਤਾ ਲੱਗਦਾ ਹੈ ਕਿ ਅਸੀਂ 1 ਘੰਟਾ ਤੇ ਬੈਠੇ ਤੇ 1 ਘੰਟੇ ਵਿੱਚ ਮਨ ਕਿੰਨਾ ਚਿਰ ਇੱਥੇ ਰਿਹਾ। ਮਹਾਰਾਜ ਕਹਿੰਦੇ, ਮਨ ਕੀ ਮਨ ਹੀ ਮਾਹੀ ਰਹੀ। ਹੁਣ ਮਨ ਦੀਆਂ ਮਨ ਵਿੱਚ ਹੀ ਰਹਿ ਗਈਆਂ। ਮਨ ਨੇ ਬੜਾ ਕੁਝ ਸੋਚਿਆ ਕਿ ਮੈਂ ਆਹ ਕੁਝ ਕਰਾਂਗਾ, ਸਮਾਨ 100 ਬਰਸ ਕਾ ਖਬਰ ਨਾ ਏਕ ਪਲ ਕੀ। ਸ਼ੇਖ ਭਾਈ ਨੰਦ ਲਾਲ ਸਾਹਿਬ ਆਖਦੇ ਨੇ, ਉਹ ਕਹਿੰਦੇ ਨੇ ਕਿ ਦੇਖੋ, ਜ਼ਿੰਦਗੀ ਮਿਲੀ ਸੀ ਅਸਲ ਦੇ ਵਿੱਚ, ਇਹ ਨਗਦ ਸਾਹ ਮਿਲੇ ਸੀ, ਪਰ ਇਹ ਨਗਦ ਸਾਹਾਂ ਨੂੰ ਮੈਂ ਕੁਝ ਸਮਾਂ ਜਿਹੜਾ ਬੀਤਿਆ ਉਹਦੀਆਂ ਯਾਦਾਂ ਵਿੱਚ ਗਵਾ ਦਿੱਤਾ, ਕੁਝ ਆਉਣ ਵਾਲੇ ਦੀ ਚਿੰਤਾ ਵਿੱਚ ਬਤੀਤ ਕਰ ਦਿੱਤਾ। ਬਹਾਦਰ ਸ਼ਾਹ ਵੀ ਲਿਖਦਾ ਹੈ ਜੀ, ਕਹਿੰਦੇ, ਉਮਰੇ ਦਰਾਜ ਮੰਗ ਕੇ ਲਾਏ ਥੇ 4 ਦਿਨ, 2 ਆਰਜੂ ਮੈਂ ਕੱਟ ਗਈ, 2 ਜੁਸਤਜੂ ਮੈਂ। 2-4 ਦਿਨ ਜ਼ਿੰਦਗੀ ਜਿਹੜੀ ਸੀ ਨਾ, ਉਹ 2 ਦਿਨ ਜਿਹੜੇ ਸੀ ਉਹ ਇਸ ਗੱਲ ਦੇ ਵਿੱਚ ਕੱਢ ਗਏ ਕਿ ਕੱਲ ਨੂੰ ਪਲਾਨ ਕੀ ਕਰਨਾ। ਤੇ ਕਹਿੰਦੇ 2 ਦਿਨ ਪਿਛਲੀਆਂ ਯਾਦਾਂ ਵਿੱਚ ਕੱਢ ਗਏ ਕਿ ਕੱਲ ਕੀ ਹੋਇਆ ਸੀ, ਫਲਾਨਾ ਕਿਦੋਂ ਆਇਆ ਸੀ, ਕਿਦੋਂ ਜਨਮਿਆ, ਕਿਦੋਂ ਗਿਆ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਮਨ ਨੂੰ ਜੇਕਰ ਸਮਝ ਲਓ, ਫਿਰ ਪਤਾ ਲੱਗਦਾ ਹੈ ਕਿ ਮਨ ਖਿਆਲ ਬਹੁਤ ਇਕੱਠੇ ਕੀਤੇ, ਖਿਆਲਾਂ ਨੂੰ ਇਕੱਠਿਆਂ ਕਰਦਿਆਂ ਵਿਦਵਾਨ ਇਹ ਗੱਲ ਆਖਦੇ ਨੇ, ਭਰਥਰੀ ਹਰੀ ਆਖਦਾ ਹੈ, ਕਹਿੰਦੇ ਮਨ ਜਿਹੜਾ ਹੈ ਨਾ, ਇੱਕ ਫੁਰਨਾ ਪੈਦਾ ਕਰਦਾ ਹੈ। ਜਿੱਦਣ ਉਹ ਫੁਰਨਾ ਮਰਦਾ ਹੈ, ਮਰਨ ਤੋਂ ਭਾਵ ਹੁੰਦਾ ਹੈ ਕਿ ਪੂਰਾ ਹੋ ਜਾਂਦਾ ਹੈ। ਅਸੀਂ ਮਨ 'ਚ ਖਿਆਲ ਕਰ ਲਿਆ ਕਿ ਗੱਡੀ ਲੈ ਲੈਣੀ ਆ। ਹੁਣ ਫੁਰਨਾ ਸੀ ਨਾ, ਪਹਿਲੋਂ ਆਇਆ ਥੌਟ ਪੈਦਾ ਹੋਇਆ, ਗੱਡੀ ਲੈ ਲਈ। ਹੁਣ ਗੱਡੀ ਲੈ ਲਈ ਦਾ ਮਤਲਬ ਹੈ ਕਿ ਫੁਰਨਾ ਪੂਰਾ ਹੋ ਗਿਆ, ਫੁਰਨਾ ਉਹ ਖਤਮ ਹੋ ਗਿਆ। ਤੇ ਉਹ ਭਰਥਰੀ ਆਖਦਾ ਹੈ ਕਿ ਇੱਕ ਫੁਰਨਾ ਜਦੋਂ ਮਰਦਾ ਹੈ ਤੇ ਦੂਸਰਾ ਪੈਦਾ ਹੋ ਜਾਂਦਾ ਹੈ। ਤੇ ਕਹਿੰਦੇ, ਬਹੁਤ ਖਵਾਇਸ਼ੇ ਲੈ ਕੇ ਦਮ ਨਿਕਲੇ, ਬਹੁਤ ਨਿਕਲੇ ਲੇਕਿਨ ਬਹੁਤ ਕਮ ਨਿਕਲੇ। ਬੜੀਆਂ ਖਵਾਇਸ਼ਾਂ ਲੈ ਕੇ ਕਹਿੰਦੇ ਨੇ ਇਹ ਸਰੀਰ ਜਿਹੜਾ ਸੀ ਉਹ ਜਿਉਂਦਾ ਰਿਹਾ, ਤੇ ਸਾਰੀ ਜ਼ਿੰਦਗੀ ਇਹ ਸਰੀਰ ਜਿਉਂਦਿਆਂ ਕਈ ਖਵਾਇਸ਼ਾਂ ਪੂਰੀਆਂ ਹੋਈਆਂ ਤੇ ਕਈ ਜਿਹੜੀਆਂ ਸੀ ਅਧੂਰੀਆਂ ਰਹਿ ਗਈਆਂ। ਸਤਿਗੁਰ ਮਹਾਰਾਜ ਆਖਦੇ ਨੇ, ਮਨ ਕੀ ਮਨ ਹੀ ਮਾਹੇ ਰਹੀ। ਮਨ ਦੇ ਫੁਰਨੇ, ਮਨ ਦੇ ਖਿਆਲ ਜਿਹੜੇ ਸਨ ਉਹ ਮਨ ਵਿੱਚ ਹੀ ਰਹਿ ਗਏ ਹਨ। ਨਾ ਹਰ ਭਜੇ ਨ ਤੀਰਥ ਸਿਵੇ, ਚੋਟੀ ਕਾਲ ਗਹੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਕਿ ਅਸਲ 'ਚ ਸਾਡਾ ਜਿਹੜਾ ਜੀਵਨ ਸਾਨੂੰ ਮਿਲਿਆ ਹੈ ਨਾ, ਇਹ ਇੱਕ ਪੜਾਅ ਮਿਲਿਆ ਹੈ ਕਿ ਇੱਥੇ ਆ ਕੇ ਤੂੰ ਪਰਮਾਤਮਾ ਦੇ ਨਾਲ ਇੱਕ-ਮਿਕ ਹੋ ਸਕਦਾ ਹੈ। ਜੀਵਨ ਦੇਖੋ, ਅਸੀਂ 84 ਲੱਖ ਜੂਨਾਂ ਦੀ ਗੱਲ ਕਰਦੇ ਹਾਂ। 84 ਲੱਖ ਜੂਨਾਂ ਦੇ ਵਿੱਚ ਅਸੀਂ ਇੱਕ ਵੀ ਐਸੀ ਜੂਨ ਨਹੀਂ ਦੱਸ ਸਕਦੇ ਜਿੰਦੇ ਵਿੱਚ ਮੁਕਤ ਹੋਇਆ ਜਾ ਸਕਦਾ ਹੈ। 84 ਲੱਖ ਜੂਨਾਂ ਵਿੱਚ ਇੱਕ ਵੀ ਐਸੀ ਜੂਨ ਨਹੀਂ ਜਿੰਦੇ ਵਿੱਚ ਨਾਮ ਜਪਿਆ ਜਾ ਸਕਦਾ ਹੈ। ਮਹਾਰਾਜ ਕਹਿੰਦੇ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਤ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ, ਹੁਣ ਮੌਕਾ ਮਿਲਿਆ ਸੀ, ਆਇਓ ਸੁਣਨ ਪੜਨ ਕੋ ਬਾਣੀ।
ਨਾਮ ਵਿਸਾਰ ਲੱਗੇ ਅਨਲਾਲਚ ਬਿਰਥਾ ਜਨਮ ਪੁਰਾਣੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਇਆ ਸੀ ਸਫਲਾ ਕਰਨ ਵਾਸਤੇ, ਬਿਰਥਾ ਜਾਤ ਅਬ ਵੇਕੇ ਦੁਰਲਭ ਜਨਮ, ਪੁੰਨ ਫਲ ਪਾਇਓ ਬਿਰਥਾ